Hello student, ਅੱਜ ਦਾ ਸਾਡਾ ਚੈਪਟਰ ਹੈ ਲੈਸਨ 4 sorting material into groups। sorting ਦਾ ਮਤਲਬ ਹੈ ਬੱਚੇ ਵੰਡਣਾ ਜਾਂ ਨਿਖੇੜਨਾ ਜਾਂ ਛਾਂਟਣਾ। materials ਮਤਲਬ objects into groups ਮਤਲਬ ਸਮੂਹ। ਅਲੱਗ-ਅਲੱਗ ਪਦਾਰਥਾਂ ਨੂੰ ਉਹਨਾਂ ਦੇ ਸਮੂਹ ਦੇ ਵਿੱਚ ਜਿਹੜਾ ਹੈ ਵੰਡਣਾ। ਬੱਚਿਓ ਤੁਸੀਂ ਦੇਖਦੇ ਹੋ ਕਿ ਤੁਹਾਡੇ ਜਿਹੜੀਆਂ ਬੁੱਕਸ ਹੈ, ਤੁਹਾਡੇ ਟॉयਜ਼ ਹੈ ਔਰ ਤੁਹਾਡੇ ਕੱਪੜੇ ਹੈ ਕਿ ਅਲਮਾਰੀ ਦੇ ਇੱਕੋ ਹੀ ਖਾਨੇ ਵਿੱਚ ਪਏ ਹੁੰਦੇ ਹਨ? ਨਹੀਂ ਨਾ। ਟॉयਜ਼ ਵਾਸਤੇ ਅਲੱਗ ਖਾਨਾ ਹੁੰਦਾ ਹੈ, ਕੱਪੜਿਆਂ ਲਈ ਅਲੱਗ ਖਾਨਾ ਔਰ ਬੁੱਕਸ ਲਈ ਅਲੱਗ। ਅਗਰ ਤੁਸੀਂ ਆਪਣੀਆਂ ਬੁੱਕਸ ਤੇ ਕੱਪੜੇ ਜਿਹੜੇ ਇੱਕੋ ਹੀ ਖਾਨੇ ਦੇ ਵਿੱਚ ਰੱਖ ਦੋਗੇ, ਪੜ੍ਹਨ ਲੱਗਿਆਂ ਤੁਹਾਨੂੰ ਬੁੱਕ ਵੀ ਨਹੀਂ ਮਿਲਣੀ ਜਾਂ ਜਦੋਂ ਤੁਹਾਨੂੰ ਕੱਪੜੇ ਚਾਹੀਦੇ ਆ ਤੇ ਵਿੱਚੋਂ ਕਿਤਾਬਾਂ ਜਿਹੜੀਆਂ ਨਿਕਲਣਗੀਆਂ। ਸੋ ਅਸੀਂ ਹਰ ਚੀਜ਼ ਨੂੰ ਅਲੱਗ-ਅਲੱਗ ਥਾਵਾਂ ਤੇ ਰੱਖਦੇ ਹਾਂ। ਜਿਸ ਤਰ੍ਹਾਂ ਤੁਸੀਂ ਇਹ ਕੁਝ ਆਬਜੈਕਟਸ ਦੇਖ ਰਹੇ ਹੋ, ਗਲਾਸ, ਟॉय, ਲੋਕ, ਮੋਬਾਈਲ ਫੋਨ, ਜਿਓਮੈਟਰੀ ਬਾਕਸ ਐਟਸੈਟਰਾ। ਬੱਚੋ ਕੀ ਅਸੀਂ ਇਹਨਾਂ ਦੀ ਸ਼ੇਪਸ ਦੇਖੋ ਕਿ ਸਾਰਿਆਂ ਦੀ ਸੇਮ ਹੈ? ਨਹੀਂ ਨਾ। ਇਹਨਾਂ ਦੀ ਨਾ ਸ਼ੇਪ ਸੇਮ ਹੈ ਤੇ ਨਾ ਕੁਝ ਚੀਜ਼ਾਂ ਸੌਫਟ ਹੈ, ਜਿਵੇਂ ਟॉय ਜਿਹੜਾ ਹੈ ਉਹ ਬਹੁਤ ਸੌਫਟ ਹੈ, ਠੀਕ ਹੈ। ਲੌਕ ਤੁਸੀਂ ਦੇਖ ਰਹੇ ਹੋ ਇਹ ਬੜਾ ਹਾਰਡ ਹੈ ਔਰ ਜਿਹੜਾ ਗਲਾਸ ਦੇਖ ਰਹੇ ਹੋ ਬ੍ਰੇਕੇਬਲ ਹੈ, ਠੀਕ ਹੈ। ਅਸੀਂ ਇਹਨਾਂ ਨੂੰ ਅਲੱਗ-ਅਲੱਗ ਕੈਟਾਗਰੀ ਦੇ ਵਿੱਚ ਉਹਨਾਂ ਦੀ ਅਪੀਅਰੈਂਸ ਦੇ ਅਕੋਰਡਿੰਗ ਅਸੀਂ ਇਹਨਾਂ ਨੂੰ ਸੈਪਰੇਟ ਕਰਦੇ ਹਾਂ, ਕਿਉਂਕਿ ਗਲਾਸ ਜਿਹੜਾ ਹੈ ਇਹ ਕੱਚ ਦਾ ਵੀ ਬੱਚੋਂ ਬਣਿਆ ਹੋ ਸਕਦਾ ਹੈ, ਸਟੀਲ ਦਾ ਵੀ ਬਣਿਆ ਹੋ ਸਕਦਾ ਹੈ ਔਰ ਪਲਾਸਟਿਕ ਦਾ ਵੀ ਬਣਿਆ ਹੋ ਸਕਦਾ ਹੈ। ਸੋ ਕਈ ਜਿਹੜੀਆਂ ਆਬਜੈਕਟਸ ਬੱਚੋਂ ਇੱਕ ਤੋਂ ਜ਼ਿਆਦਾ ਮਟੀਰੀਅਲ ਦੀਆਂ ਵੀ ਬਣੀਆਂ ਹੁੰਦੀਆਂ ਨੇ। ਔਰ ਅਸੀਂ ਜਿਸ ਤਰ੍ਹਾਂ ਬਰਤਨ ਹੈ, ਬਰਤਨ ਨੂੰ ਆਪਾਂ ਕਿੱਥੇ ਰੱਖਦੇ ਹਾਂ? ਕਿਚਨ ਦੇ ਵਿੱਚ ਰੱਖਦੇ ਹਾਂ। ਕੁਝ ਇਹ ਮੈਂ ਐਗਜ਼ਾਮਪਲਸ ਅਗਰ ਲਈਏ ਕਿ ਆਬਜੈਕਟਸ ਤੇ ਮਟੀਰੀਅਲ ਐਂਡ ਦ ਮਟੀਰੀਅਲ ਦੇ ਆਰ ਮੇਡ ਅਪ ਆਫ। ਦੇਖੋ ਬੱਚੋ ਇਹ ਆਬਜੈਕਟਸ ਹੈ, ਪਲੇਟ ਹੈ, ਥਾਲੀ। ਥਾਲੀ ਕਿਹਦੀ ਬਣੀ ਹੋ ਸਕਦੀ ਹੈ? ਸਟੀਲ ਦੀ ਬਣੀ ਹੋ ਸਕਦੀ, ਗਲਾਸ ਦੀ ਬਣੀ ਹੋ ਸਕਦੀ, ਪਲਾਸਟਿਕ ਦੀ ਬਣੀ ਹੋ ਸਕਦੀ ਹੈ ਔਰ ਅਦਰ ਮੈਟਲ ਦੀ ਵੀ ਹੋ ਸਕਦੀ ਹੈ। ਪੈਨ ਪਲਾਸਟਿਕ ਦਾ ਵੀ ਹੋ ਸਕਦਾ ਹੈ, ਮੈਟਲ ਦਾ ਵੀ ਹੋ ਸਕਦਾ ਹੈ। ਇੱਥੇ ਤੁਸੀਂ ਐਗਜ਼ਾਮਪਲ ਲੈ ਸਕਦੇ ਹੋ ਚੇਅਰ ਬੱਚਿਓ ਪਲਾਸਟਿਕ ਦੀ ਵੀ ਹੋ ਸਕਦੀ ਹੈ, ਆਇਰਨ ਦੀ ਵੀ ਹੋ ਸਕਦੀ ਹੈ ਔਰ ਵੁਡਨ ਦੀ ਵੀ ਹੋ ਸਕਦੀ ਹੈ। ਐਸੇ ਤਰੀਕੇ ਟੇਬਲ ਵੀ ਹੈ ਜਿਹੜਾ ਉਹ ਵੁਡਨ ਦਾ ਵੀ ਹੋ ਸਕਦਾ ਹੈ, ਪਲਾਸਟਿਕ ਦਾ ਵੀ ਹੋ ਸਕਦਾ ਹੈ ਤੇ ਮੈਟਲਸ ਦਾ ਵੀ ਹੋ ਸਕਦਾ ਹੈ। ਸੋ ਕਿੰਨੀਆਂ ਸਾਰੀਆਂ ਆਬਜੈਕਟ ਅਲੱਗ-ਅਲੱਗ ਮਟੀਰੀਅਲ ਤੋਂ ਬਣੀਆਂ ਹੁੰਦੀਆਂ ਨੇ। Next table ਹੈ different types of objects that are made from the same material। ਕੁਝ ਆਬਜੈਕਟਸ ਜਿਹੜੀਆਂ ਨੇ ਇੱਕੋ ਹੀ ਮਟੀਰੀਅਲ ਤੋਂ ਬਣੀਆਂ ਹੋ ਸਕਦੀਆਂ ਨੇ, ਜਿਸ ਤਰ੍ਹਾਂ ਵੁੱਡ ਤੋਂ ਆਪਾਂ ਚੇਅਰ, ਟੇਬਲ, ਪਲੋ, ਬੁਲਕ ਕਾਰਟ ਐਂਡ ਇਟਸ ਵੀਲਸ ਬਣਾ ਸਕਦੇ ਹਾਂ। ਐਸੇ ਤਰੀਕੇ ਆਪਾਂ ਪੇਪਰ ਤੋਂ ਬੁੱਕਸ, ਨੋਟਬੁੱਕਸ, ਨਿਊਜ਼ਪੇਪਰ, ਟॉयਜ਼ ਤੇ ਕੈਲੰਡਰ। ਲੈਦਰ ਤੋਂ ਆਪਾਂ ਕੀ ਬਣਾਉਂਦੇ ਹਾਂ? ਤੁਹਾਡੀਆਂ ਪਰਸ ਲੈਦਰ ਦੇ ਬਣਦੇ ਨੇ, ਬੈਗ ਲੈਦਰ ਦੇ ਹੁੰਦੇ ਨੇ ਔਰ ਬੈਲਟ ਜਿਹੜੀ ਲੈਦਰ ਦੀ ਹੁੰਦੀ ਹੈ। ਪਲਾਸਟਿਕ ਦੇ ਆਪਾਂ ਟॉयਜ਼ ਬਣਾ ਸਕਦੇ ਹਾਂ, ਚੇਅਰਸ ਬਣਾ ਸਕਦੇ ਹਾਂ, ਯੂਟੈਂਸਿਲਸ ਬਣਾ ਸਕਦੇ ਹਾਂ। ਐਸੇ ਤਰੀਕੇ ਦੇ ਨਾਲ ਆਪਾਂ ਕਾਟਨ ਤੋਂ ਬਹੁਤ ਸਾਰੇ, ਜਿਵੇਂ ਕਾਟਨ ਦੇ ਕੱਪੜੇ ਹੋ ਸਕਦੇ ਹੈ, ਕਾਟਨ ਦੇ ਜਿਹੜਾ ਤੁਸੀਂ ਪਿੱਲੋ ਲੈਂਦੇ ਇਹਦੇ ਵਿੱਚ ਕੀ ਕਾਟਨ ਫਿਲ ਹੁੰਦੀ ਹੈ, ਜਾਂ ਕੋਈ ਸੌਫਟ ਟॉय ਲੈਂਦੇ ਹੋ ਤਾਂ ਉਹ ਕਿਹਦੇ ਬਣੇ ਹੁੰਦੇ ਨੇ? ਕਾਟਨ ਦੇ ਬਣੇ ਹੁੰਦੇ ਨੇ। ਸੋ ਆਪਾਂ ਜਿਹੜੀਆਂ ਮਟੀਰੀਅਲਸ ਹੈ ਇਹਨੂੰ ਆਪਾਂ ਇਹਦੀਆਂ ਪ੍ਰੋਪਰਟੀਜ਼ ਦੇ ਅਕੋਰਡਿੰਗਲੀ ਮਟੀਰੀਅਲ ਦੇ ਇਹਨਾਂ ਨੂੰ ਅਸੀਂ ਵੰਡ ਸਕਦੇ ਹਾਂ। ਜਿਸ ਤਰ੍ਹਾਂ ਇਹ ਲੜਕੀ ਤੁਸੀਂ ਦੇਖ ਰਹੇ ਹੋ ਕਿ ਪਾਣੀ ਜਿਹੜਾ ਹੈ ਉਹ ਕੱਪੜੇ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕਰਦੀ ਹੈ। ਕਿ ਪਾਣੀ ਕੱਪੜੇ ਵਿੱਚ ਰਹਿ ਜਾਂਦਾ ਹੈ? ਨਹੀਂ ਰਹਿੰਦਾ। ਇਹਦਾ ਮਤਲਬ ਕਿ ਪਾਣੀ ਕਿਸਦੇ ਵਿੱਚ ਸਟੋਰ ਕੀਤਾ ਜਾ ਸਕਦਾ? ਜਾਂ ਪਲਾਸਟਿਕ ਦੀ ਬੋਟਲ ਦੇ ਵਿੱਚ, ਜਾਂ ਸਟੀਲ ਦੇ ਵਿੱਚ, ਜਾਂ ਕੋਈ ਵੁਡਨ ਦੇ ਵਿੱਚ, ਜਾਂ ਕੋਈ ਮਿੱਟੀ ਦੇ ਭਾਂਡੇ ਵਿੱਚ ਜਿਹੜਾ ਹੈ ਪਾਣੀ ਠਹਿਰ ਸਕਦਾ ਹੈ। ਸੋ ਪਾਣੀ ਜਿਹੜਾ ਹੈ ਉਹਨੂੰ ਆਪਾਂ ਕਿਸੇ ਹਾਰਡ ਮਟੀਰੀਅਲ ਦੇ ਵਿੱਚ ਹੀ ਜਿਹੜਾ ਹੈ ਸਟੋਰ ਕਰ ਸਕਦੇ ਹਾਂ। ਬੱਚੋ ਨੈਕਸਟ ਜਿਹੜੀ ਇਹਦੀ ਅਸੀਂ ਫਸਟ ਪ੍ਰੋਪਰਟੀ ਪੜ੍ਹਨੀ ਹੈ ਅਪੀਅਰੈਂਸ ਦਾ ਮਤਲਬ ਹੈ ਦਿੱਖ ਦੇ ਅਕੋਰਡਿੰਗ ਅਸੀਂ ਚੀਜ਼ਾਂ ਨੂੰ
किस तरह वंडदे हैं। देखो बच्चे, दिख तो आपां देख सकते हैं कि कोई चीज़ वड्डी है, कोई छोटी है, कोई पतली है, कोई भारी है। हुण असीं अगर इत्थे एग्जाम्पल लईए वुड दी, वुड और आयरन ये आपस दे विच दोनों, आयरन मीनस लोहा, ये आपस दे विच डिफरेंट। वुड नूं देखो अग लग जांदी है, लोहे नूं अग नहीं लगदी। ठीक है, हुण आयरन एक मैटल है, कॉपर और एल्यूमीनियम भी मैटल ने। ਇਹ ਆਇਰਨ, ਕਾਪਰ, ਐਲੂਮੀਨੀਅਮ ਮੈਟਲਸ ਨੇ, ਪਰ ਇਹਨਾਂ ਦੇ ਵਿੱਚ ਵੀ ਡਿਫਰੈਂਸ ਹੈ, ਲੇਕਿਨ ਇਹਨਾਂ ਦੀ ਪ੍ਰੋਪਰਟੀ ਸੇਮ ਹੈ ਕਿਉਂਕਿ ਇਹਨਾਂ ਨੂੰ ਜਿਹੜੀ ਹੈ ਅੱਗ ਨਹੀਂ ਲੱਗਦੀ। ਇਹਨਾਂ ਦੀ ਪ੍ਰੋਪਰਟੀ ਕਾਪਰ, ਐਲੂਮੀਨੀਅਮ ਔਰ ਆਇਰਨ ਦੀ ਪ੍ਰੋਪਰਟੀ ਕਿਹਦੇ ਨਾਲੋਂ ਅਲੱਗ ਹੈ? ਵੁੱਡ ਨਾਲੋਂ ਅਲੱਗ ਹੈ। ਔਰ ਜਿਹੜੀਆਂ ਮੈਟਲਸ ਨੇ ਬੇਟਾ ਇਹ ਸ਼ਾਈਨ ਕਰਦੀਆਂ ਨੇ। ਠੀਕ ਹੈ, ਹੁਣ ਅਸੀਂ ਇਹਨਾਂ ਨੂੰ ਕਿਸ ਤਰ੍ਹਾਂ ਕਹਿ ਸਕਦੇ ਹਾਂ? ਕੁਝ ਜਿਹੜੀਆਂ ਸਰਫੇਸਿਸ ਹੈ, ਜਿਵੇਂ ਮੈਟਲ, ਮੈਂ ਐਗਜ਼ਾਮਪਲ ਲੈਂਦੀ ਹਾਂ गोल्ड दी, ये चमकदार है, लेकिन आयरन लोहा है, ये चमकदार नहीं है। चांदी है, चमकदार है। और इन्हां नूं आपां किस तरह अलग कर सकते हैं कि किहड़ियां धातां जिहड़ियां ने जां किहड़ियां मैटल्स ने शाइन करदियां ने। सो आपां जिहड़ी वंड है मटीरियल्स दी, ਉਹ ਕਿਹਦੇ ਬਿਹਾਫ ਤੇ ਕਰ ਸਕਦੇ ਆ? ਉਹਨਾਂ ਦੀ ਇੱਕ ਪ੍ਰੋਪਰਟੀ ਆ ਜਾਂਦੀ ਸ਼ਾਈਨ ਔਰ ਲਸਟਰ ਤੋਂ। ਨੈਕਸਟ ਜਿਹੜਾ ਹੈ ਹੁਣ ਇਹਦੀ ਹੋਰ ਆ ਜਾਂਦੀ ਹੈ ਹਾਰਡਨੈਸ। ਬੱਚੋ, ਹਾਰਡਨੈਸ ਦਾ ਮਤਲਬ ਹੈ ਕਠੋਰ, ਸਖਤ। ਕੁਛ ਮਟੀਰੀਅਲ ਨੂੰ ਅਸੀਂ, ਮੈਂ ਜਿਵੇਂ ਪਹਿਲੇ ਦੱਸਿਆ, ਜਿਵੇਂ ਕਾਟਨ ਦਾ ਜਿਹੜਾ ਸੌਫਟ ਟੋਏ ਹੈ ਉਹ ਸੌਫਟ ਹੈ। ਠੀਕ ਹੈ, ਹੈਮਰ ਹੈ ਉਹ ਜਿਹੜਾ ਹਾਰਡ ਹੈ। ਐਸੇ ਤਰੀਕੇ ਦੇ ਨਾਲ ਆਪਾਂ ਮਟੀਰੀਅਲਸ ਨੂੰ ਸੌਫਟ ਔਰ ਹਾਰਡ ਚ ਵੰਡ ਸਕਦੇ ਹਾਂ। ਸੌਫਟ ਕਿਹਨੂੰ ਕਵਾਂਗੇ? ਜਿਹੜੇ ਮਟੀਰੀਅਲਸ ਵਿਚ ਕੈਨ ਬੀ ਕੰਪਰੈਸਡ ਔਰ ਸਕ੍ਰੈਚਡ ਈਜ਼ਲੀ ਆਰ ਕਾਲਡ ਸੌਫਟ। ਉਹ ਮਟੀਰੀਅਲ ਜਿਹੜੇ ਦੱਬੇ ਜਾ ਸਕਦੇ ਨੇ ਜਾਂ ਉਹਨਾਂ ਤੇ ਸਕ੍ਰੈਚ ਪੈ ਸਕਦੇ ਆ, ਉਹਨਾਂ ਨੂੰ ਆਪਾਂ ਸੌਫਟ ਮਟੀਰੀਅਲ ਕਹਿ ਸਕਦੇ ਹਾਂ। ਐਂਡ ਅਦਰ ਮਟੀਰੀਅਲ ਵਿਚ ਆਰ ਡਿਫਿਕਲਟ ਟੂ ਕੰਪਰੈਸਡ ਆਰ ਕਾਲਡ ਹਾਰਡ। ਕੁਝ ਮਟੀਰੀਅਲ ਜਿਨ੍ਹਾਂ ਨੂੰ ਅਸੀਂ ਦਬਾ ਨਹੀਂ ਸਕਦੇ ਔਰ ਨਾ ਹੀ ਉਹਨਾਂ ਤੇ ਕੋਈ ਸਕ੍ਰੈਚ ਪੈ ਸਕਦਾ ਹੈ, ਉਹਨਾਂ ਨੂੰ ਆਪਾਂ ਹਾਰਡ ਕਹਿੰਦੇ ਹਾਂ। ਇੱਥੇ ਐਗਜ਼ਾਮਪਲ ਬੱਚਿਓ ਦੇ ਰਹੀ ਹਾਂ ਮੈਂ ਸੌਫਟ ਦੀ। ਜਿਵੇਂ ਕਾਟਨ ਹੈ, ਕਾਟਨ ਨੂੰ ਤੁਸੀਂ ਦਬਾ ਲੈਂਦੇ ਹੋ। ਸਪੰਜ ਹੈ, ਤੁਸੀਂ ਉਹਨੂੰ ਦਬਾ ਲੈਂਦੇ ਹੋ। ਕੀ ਤੁਹਾਡੇ ਜਿਹੜਾ ਘਰ ਦਾ ਬਾਹਰ ਦਾ ਗੇਟ ਆ ਲੋਹੇ ਦਾ ਬਣਿਆ, ਕਿ ਤੁਸੀਂ ਉਹਨੂੰ ਦਬਾ ਸਕਦੇ ਹੋ? ਨਹੀਂ ਨਾ, ਉਹ ਆਪਣੀ ਸ਼ੇਪ ਨਹੀਂ ਬਦਲੇਗਾ। ਸੋ ਕਾਟਨ ਤੇ ਸਪੰਜ ਜਿਹੜੇ ਬੱਚੋ ਕੀ ਨੇ? ਸੌਫਟ ਨੇ। ਔਰ ਆਇਰਨ ਦਾ ਜਿਹੜਾ ਗੇਟ ਹੈ, ਲੋਹੇ ਦਾ ਜਿਹੜਾ ਗੇਟ ਹੈ, ਉਹ ਕੀ ਹੈ? ਹਾਰਡ। ਸੋ ਕਈ ਚੀਜ਼ਾਂ ਤੁਸੀਂ ਦੇਖਦੇ ਹੋਵੋਗੇ ਬੜੀਆਂ ਰਫ ਹੁੰਦੀਆਂ ਨੇ ਔਰ ਕਈ ਜਿਹੜੀਆਂ ਨੇ ਸਮੂਥ ਹੁੰਦੀਆਂ ਨੇ, ਪਲੇਨ ਹੁੰਦੀਆਂ ਨੇ। ਸੋ ਪ੍ਰੋਪਰਟੀਜ਼ ਜਿਹੜੀਆਂ ਨੇ ਮਟੀਰੀਅਲ ਦੀਆਂ, ਅਸੀਂ ਉਹਨੂੰ ਕਿਹਦੇ ਵੰਡ ਸਕਦੇ ਹਾਂ? ਲਸਚਰ, ਹਾਰਡਨੈਸ ਔਰ ਰਫ ਔਰ ਸਮੂਥ ਦੇ ਬਿਹਾਫ ਤੇ ਅਸੀਂ ਇਹਨਾਂ ਨੂੰ ਵੰਡ ਸਕਦੇ ਹਾਂ। ਨੈਕਸਟ ਇਹਦੀ ਪ੍ਰੋਪਰਟੀ ਆ ਗਈ ਬੇਟੇ ਸੋਲੂਬਲ ਔਰ ਇਨਸੋਲੂਬਲ। ਸੋਲੂਬਲ ਦਾ ਮਤਲਬ ਹੈ ਬੱਚੋ ਕਿਸੇ ਚੀਜ਼ ਦਾ ਪਾਣੀ ਦੇ ਵਿੱਚ ਘੁਲ ਜਾਣਾ, ਤੇ ਇਨਸੋਲੂਬਲ ਦਾ ਮਤਲਬ ਹੈ ਜੋ ਪਾਣੀ ਵਿੱਚ ਨਹੀਂ ਘੁਲਦਾ। ਜਿਸ ਤਰ੍ਹਾਂ ਅਸੀਂ ਕੁਝ ਸਬਸਟੈਂਸ ਲਈਏ, ਜਿਵੇਂ ਸ਼ੂਗਰ, ਸਾਲਟ, ਚਾਕ ਪਾਊਡਰ, ਸੈਂਡ ਐਂਡ ਸਾਰਡਸਟ। ਹੁਣ ਇਹ ਟੇਬਲ ਦੇ ਵਿੱਚ ਦੇਖਿਓ, ਅਗਰ ਅਸੀਂ ਇਹਨਾਂ ਨੂੰ ਪੰਜਾਂ ਚੀਜ਼ਾਂ ਨੂੰ ਅਗਰ ਅਸੀਂ ਬੀਕਰ ਦੇ ਵਿੱਚ ਪਾਵਾਂਗੇ, ਸਾਲਟ, ਤੁਸੀਂ ਸ਼ਿਕੰਜਵੀ ਪੀਂਦੇ ਹੋ, ਸਾਲਟ ਪਾਉਂਦੇ ਹੋ ਉਹਦੇ ਵਿੱਚ, ਘੁਲ ਜਾਂਦਾ ਹੈ? ਨਹੀਂ ਨਾ ਦਿਖਦਾ। ਸੋ ਸਾਲਟ ਜਿਹੜਾ ਹੈ ਪਾਣੀ ਵਿੱਚ ਪੂਰੀ ਤਰ੍ਹਾਂ ਘੁਲ ਜਾਂਦਾ ਹੈ। ਤੇ ਸ਼ਿਕੰਜਵੀ ਦੇ ਵਿੱਚ ਆਪਾਂ ਕੀ ਪਾਉਂਦੇ ਹਾਂ? ਸ਼ੂਗਰ ਪਾਉਂਦੇ ਹਾਂ, ਤਾਂ ਸ਼ੂਗਰ ਵੀ ਪੂਰੀ ਤਰ੍ਹਾਂ ਘੁਲ ਜਾਂਦੀ ਹੈ। ਸੈਂਡ, ਅਗਰ ਅਸੀਂ ਪਾਣੀ ਦੇ ਵਿੱਚ ਰੇਤਾ ਪਾਵਾਂਗੇ ਤਾਂ ਉਹ ਨਹੀਂ ਘੁਲਦੀ, ਉਹ ਡਿਸਪੇਅਰ ਨਹੀਂ ਹੁੰਦੀ। ਐਸੇ ਤਰੀਕੇ ਦੇ ਨਾਲ ਚਾਕ ਪਾਊਡਰ ਹੈ, ਚਾਕ ਪਾਊਡਰ ਨੂੰ ਤੁਸੀਂ ਪਾਣੀ ਦੇ ਗਲਾਸ ਪਾ ਕੇ ਰੱਖ ਦਿਓ, ਥੋੜੀ ਦੇਰ ਬਾਅਦ ਦੇਖੋਗੇ ਕਿ ਚਾਕ ਦਾ ਜਿਹੜਾ ਪਾਊਡਰ ਹੈ ਥੱਲੇ ਜੰਮ ਜਾਏਗਾ। ਐਸੇ ਤਰੀਕੇ ਦੇ ਨਾਲ ਬੁਰਾਦਾ, ਲੱਕੜੀ ਦਾ ਬੁਰਾਦਾ ਜਿਹੜਾ ਹੈ ਉਹ ਵੀ ਥੱਲੇ ਬੈਠ ਜਾਏਗਾ। ਸੋ ਇਹ ਜਿਹੜੀਆਂ ਨੇ ਪਾਣੀ ਵਿੱਚ ਨਹੀਂ ਘੁਲਦੀਆਂ। ਸੋ ਸੋਲੂਬਲ ਦੀ ਡੈਫੀਨੇਸ਼ਨ ਕੀ ਹੋਏਗੀ? ਸਮ ਸਬਸਟੈਂਸਿਸ ਹੈਵ ਕੰਪਲੀਟਲੀ ਡਿਸਅਪੀਅਰਡ ਔਰ ਡਿਸੋਲਵ ਇਨ ਵਾਟਰ। ਉਹਨਾਂ ਸਬਸਟੈਂਸਿਸ ਨੂੰ ਬੱਚੋ ਆਪਾਂ ਕੀ ਕਹਿੰਦੇ ਆ? ਸੋਲੂਬਲ। ਔਰ
ਜਿਹੜੇ ਸਬਸਟੈਂਸ ਪਾਣੀ ਵਿੱਚ ਬਿਲਕੁਲ ਨਹੀਂ ਘੁਲਦੇ ਔਰ ਉਹ ਦਿਖਾਈ ਦਿੰਦੇ ਰਹਿੰਦੇ ਨੇ, ਉਹਨਾਂ ਨੂੰ ਆਪਾਂ ਕੀ ਕਹਿੰਦੇ ਆ, ਇਨਸੋਲੂਬਲ। ਜਿਸ ਤਰ੍ਹਾਂ ਇੱਕ ਐਕਟੀਵਿਟੀ ਹੈ, ਅਗਰ ਆਪਾਂ ਲਈਏ ਵਿਨੇਗਰ, ਸਿਰਕਾ, ਲੈਮਨ ਜੂਸ, ਨਿੰਬੂ ਦਾ ਰਸ, ਮਸਟਰਡ ਆਇਲ, ਕੋਕੋਨਟ ਆਇਲ, ਮਸਟਰਡ ਆਇਲ ਸਰੋਂ ਦਾ ਤੇਲ ਜਾਂ ਕੋਈ ਵੀ ਕੋਕੋਨਟ ਜਾਂ ਕੋਈ ਰਿਫਾਈਨਡ ਆਇਲ, ਕੈਰੋਸੀਨ, ਇਹ ਬੱਚੋ ਕੀ ਨੇ, ਸਾਰੇ ਤਾਂ ਲਿਕੁਇਡ ਨੇ, ਤਾਂ ਫਿਰ ਤਾਂ ਸਾਰੇ ਹੀ ਘੁਲਣੇ ਚਾਹੀਦੇ ਨੇ। ਪਾਣੀ ਦੇ ਵਿੱਚ ਜਦੋਂ ਅਸੀਂ ਇਹ ਚੀਜ਼ਾਂ ਪਾਵਾਂਗੇ ਤੇ ਘੁਲਣੀਆਂ ਚਾਹੀਦੀਆਂ ਨੇ। ਵਿਨੇਗਰ ਮਿਕਸਿਸ ਵੈਲ, ਵਿਨੇਗਰ ਜਿਹੜਾ ਬੱਚੋ ਸਿਰਕਾ ਹੈ ਉਹ ਪਾਣੀ ਵਿੱਚ ਅਗਰ ਪਾਵਾਂਗੇ ਪੂਰੀ ਤਰ੍ਹਾਂ ਘੁਲ ਜਾਂਦਾ ਹੈ। ਲੈਮਨ ਜੂਸ ਤੁਸੀਂ ਸ਼ਿਕੰਜਵੀ ਪੀਂਦੇ ਹੋ, ਪੂਰੀ ਤਰ੍ਹਾਂ ਘੁਲ ਜਾਂਦਾ ਹੈ। ਮਸਟਰਡ ਆਇਲ ਸਰੋਂ ਦਾ ਤੇਲ, ਜਾਂ ਕੋਈ ਤੁਸੀਂ ਜਦੋਂ ਸਬਜ਼ੀ ਬਣਾਉਂਦੇ ਹੋ ਤਾਂ ਦੇਖਿਆ ਹੋਏਗਾ ਕਿ ਸਬਜ਼ੀ ਦੇ ਉੱਪਰ ਕੀ ਤੁਰ ਕੇ ਆ ਜਾਂਦਾ ਹੈ, ਆਇਲ, ਤੇ ਇਹਦਾ ਮਤਲਬ ਆਇਲ ਜਿਹੜਾ ਹੈ ਪਾਣੀ ਵਿੱਚ ਨਹੀਂ ਘੁਲਦਾ, ਨਾ ਹੀ ਕੈਰੋਸੀਨ ਜਿਹੜਾ ਮਿੱਟੀ ਦਾ ਤੇਲ ਹੈ ਉਹ ਵੀ ਨਹੀਂ ਘੁਲਦਾ ਤੇ ਉਹ ਉੱਪਰ ਹੀ ਤਰ ਆਉਂਦਾ ਹੈ। ਹੁਣ ਦੇਖੋ ਇਹ ਕੁਝ ਜਿਹੜੀਆਂ ਨੇ ਚੀਜ਼ਾਂ ਪਾਣੀ ਦੇ ਵਿੱਚ ਘੁਲ ਗਈਆਂ ਤੇ ਜਿਹੜੀਆਂ ਨਹੀਂ ਘੁਲਦੀਆਂ ਉਹ ਸਾਨੂੰ ਇਸ ਤਰ੍ਹਾਂ ਦੀਆਂ ਨਜ਼ਰ ਆਉਂਦੀਆਂ ਨੇ। ਸੋ ਸਮਝ ਲੱਗ ਕੇ ਸੋਲੂਬਲ ਕਿਹੜੇ ਨੇ, ਜਿਹੜੇ ਪਾਣੀ ਦੇ ਵਿੱਚ ਪੂਰੀ ਤਰ੍ਹਾਂ ਘੁਲ ਜਾਂਦੇ ਨੇ ਉਹਨਾਂ ਨੂੰ ਆਪਾਂ ਕਹਿੰਦੇ ਆ ਸੋਲੂਬਲ, ਤੇ ਜਿਹੜੇ ਨਹੀਂ ਘੁਲਦੇ ਤਾਂ ਉਹਨਾਂ ਨੂੰ ਆਪਾਂ ਕੀ ਕਹਿੰਦੇ ਆ, ਇਨਸੋਲੂਬਲ। ਇਹਦੇ ਵਿੱਚ ਇੱਕ ਐਗਜ਼ਾਮਪਲ ਆ ਬੱਚੇ, ਜਿਹੜੀ ਮੱਛੀਆਂ ਨੇ ਪਾਣੀ ਦੇ ਵਿੱਚ ਸਾਹ ਲੈਂਦੀਆਂ ਨੇ ਤਾਂ ਉਹ ਆਕਸੀਜਨ ਕਿੱਥੋਂ ਲੈਂਦੇ ਨੇ, ਜਿਹੜੀ ਆਕਸੀਜਨ ਗੈਸ ਕਿਹਦੇ ਵਿੱਚ ਘੁਲੀ ਹੁੰਦੀ ਹੈ, ਪਾਣੀ ਦੇ ਵਿੱਚ ਘੁਲੀ ਹੁੰਦੀ ਹੈ। ਇਹ ਮੱਛੀਆਂ ਜਿਹੜੀਆਂ ਨੇ ਜਾਂ ਜਿਹਨੇ ਵੀ ਪਾਣੀ ਦੇ ਵਿੱਚ ਰਹਿਣ ਵਾਲੇ ਜੀਵ ਹੈ ਉੱਥੋਂ ਉਹ ਆਪਣੀ ਆਕਸੀਜਨ ਜਿਹੜੀ ਗੈਸ ਲੈਂਦੇ ਨੇ। ਨੈਕਸਟ ਬੱਚੋ ਹੈ ਕਿ ਕੁਝ ਚੀਜ਼ਾਂ ਪਾਣੀ ਦੇ ਵਿੱਚ ਫਲੋਟ ਕਰਦੀਆਂ ਨੇ ਤੇ ਕੁਝ ਡੁੱਬ ਜਾਂਦੀਆਂ ਨੇ, ਸਿੰਕ ਕਰ ਜਾਂਦੀਆਂ ਨੇ। ਫਲੋਟ ਦਾ ਮਤਲਬ ਤੈਰਦੀਆਂ ਨੇ ਤੇ ਸਿੰਕ ਦਾ ਮਤਲਬ ਹੈ ਡੁੱਬ ਜਾਂਦੀਆਂ ਨੇ। ਤਾਂ ਕਿਹੜੀਆਂ ਚੀਜ਼ਾਂ ਡੁੱਬ ਜਾਂਦੀਆਂ ਨੇ ਤੇ ਕਿਹੜੀਆਂ ਚੀਜ਼ਾਂ ਤੈਰਦੀਆਂ ਨੇ? ਤੁਸੀਂ ਇਹ ਬੀਕਰ ਦੇਖ ਰਹੇ ਹੋ, ਨੀਚੇ ਕੀ ਤੁਹਾਨੂੰ ਨਜ਼ਰ ਆ ਰਿਹਾ ਹੈ, ਕੋਈ ਚਾਬੀ ਨਜ਼ਰ ਆ ਰਹੀ ਹੈ, 1 ਰੁਪਏ ਕੋਇਨ ਨਜ਼ਰ ਆ ਰਿਹਾ ਹੈ, ਜਾਂ ਸਟੋਨ ਨਜ਼ਰ ਆ ਰਿਹਾ ਹੈ, ਤੇ ਉੱਪਰ ਕੀ ਤੈਰ ਰਿਹਾ ਹੈ, ਵੁਡਨ ਜਾਂ ਤੁਸੀਂ ਦੇਖਿਆ ਹੋਏਗਾ ਪੱਤੇ ਜਾਂ ਕੋਈ ਪਲਾਸਟਿਕ ਦੀ ਚੀਜ਼ ਜਿਹੜੀ ਹੈ ਉਹ ਪਾਣੀ ਦੇ ਉੱਤੇ ਤੈਰਦੀ ਰਹਿੰਦੀ ਹੈ। ਤਾਂ ਬੱਚੋ ਕਿਹੜੀ ਚੀਜ਼ ਡੁੱਬ ਜਾਂਦੀ ਹੈ? ਉਹ ਚੀਜ਼ ਡੁੱਬ ਜਾਂਦੀ ਹੈ ਜਿਹਦੀ ਘਣਤਾ, ਜਿਹਦੀ ਡੈਂਸਿਟੀ ਪਾਣੀ ਨਾਲੋਂ ਵੱਧ ਹੋਏਗੀ ਉਹ ਡੁੱਬ ਜਾਏਗੀ, ਤੇ ਜਿਹਦੀ ਡੈਂਸਿਟੀ ਜਿਹੜੀ ਘੱਟ ਹੋਏਗੀ ਉਹ ਕੀ ਕਰੇਗੀ, ਫਲੋਟ ਕਰੇਗੀ। ਨੈਕਸਟ ਜਿਹੜੀ ਪ੍ਰੋਪਰਟੀ ਹੈ ਬੱਚੋ, ਟ੍ਰਾਂਸਪੇਰੈਂਸੀ। ਟ੍ਰਾਂਸਪੇਰੈਂਸੀ ਮਤਲਬ ਪਾਰਦਰਸ਼ਤਾ ਦੇ ਆਧਾਰ ਤੇ। ਤੁਸੀਂ ਇਹ ਲੜਕਾ ਦੇਖ ਰਹੇ ਹੋ, ਇਹਨੇ ਇੱਕ ਆਪਣੇ ਅੱਗੇ ਕਾਗਜ਼ ਰੱਖਿਆ ਹੈ ਤਾਂ ਇਹਦੇ ਵਿੱਚੋਂ ਉਹਦਾ ਬਿਲਕੁਲ ਫੇਸ ਨਹੀਂ ਦਿਖਾਈ ਦੇ ਰਿਹਾ, ਇਹਦੇ ਵਿੱਚ ਹਲਕਾ ਹਲਕਾ ਫੇਸ ਦਿਖਾਈ ਦੇ ਰਿਹਾ ਔਰ ਇਹਦੇ ਵਿੱਚ ਇਹਦਾ ਕਲੀਅਰ ਫੇਸ ਦਿਖਾਈ ਦੇ ਰਿਹਾ। ਕਿਉਂ ਦਿਖਾਈ ਦੇ ਰਿਹਾ ਹੈ? ਕਿਉਂਕਿ ਟ੍ਰਾਂਸਪੇਰੈਂਟ ਚੀਜ਼ ਹੈ। ਟ੍ਰਾਂਸ ਮਤਲਬ ਜਿਨ੍ਹਾਂ ਦੇ ਵਿੱਚੋਂ ਕੋਈ ਵੀ ਆਬਜੈਕਟ ਹੋਵੇ ਜਿਨ੍ਹਾਂ ਦੇ ਵਿੱਚੋਂ ਲਾਈਟ ਪਾਸ ਹੋ ਜਾਏ ਅਸੀਂ ਉਹਨਾਂ ਨੂੰ ਕਹਿੰਦੇ ਆ ਟ੍ਰਾਂਸਪੇਰੈਂਟ, ਤੇ ਜਿਨ੍ਹਾਂ ਦੇ ਵਿੱਚੋਂ ਲਾਈਟ ਬਿਲਕੁਲ ਪਾਸ ਨਾ ਹੋਵੇ ਉਹਨਾਂ ਨੂੰ ਆਪਾਂ ਕੀ ਕਹਿੰਦੇ ਆ, ਓਪੇਕ ਆਬਜੈਕਟਸ। ਤੇ ਜਿਨ੍ਹਾਂ ਦੇ ਵਿੱਚੋਂ ਕੁਝ ਜਿਹੜੀ ਲਾਈਟ ਤਾਂ ਜਾਵੇ ਲੇਕਿਨ ਕਲੀਅਰ ਨਜ਼ਰ ਨਾ ਹੋਵੇ ਉਹਨਾਂ ਨੂੰ ਆਪਾਂ ਕੀ ਕਹਿੰਦੇ ਆ, ਟ੍ਰਾਂਸਲੂਸੈਂਟ। ਸੋ ਇਹਦੇ ਵਿੱਚੋਂ ਬਿਲਕੁਲ ਲਾਈਟ ਨਹੀਂ ਪਾਸ ਹੋਈ ਤਾਂ ਇਸ ਨੂੰ ਕੀ ਕਵਾਂਗੇ, ਓਪੇਕ। ਜਿਹਦੇ ਵਿੱਚੋਂ ਬਿਲਕੁਲ ਲਾਈਟ ਪਾਸ ਹੋ ਜਾਂਦੀ ਹੈ ਉਹਨੂੰ ਕਹਿੰਦੇ ਆ ਟ੍ਰਾਂਸਪੇਰੈਂਟ, ਔਰ ਜਿਹਦੇ ਵਿੱਚ ਥੋੜੀ ਜਿਹੀ ਲਾਈਟ ਪਾਸ ਹੁੰਦੀ ਹੈ ਬੇਟਾ ਉਹਨਾਂ ਨੂੰ ਆਪਾਂ ਕਵਾਂਗੇ ਟ੍ਰਾਂਸਲੂਸੈਂਟ। ਹੁਣ ਇੱਥੇ ਇੱਕ ਐਗਜ਼ਾਮਪਲ ਦਵਾਂਗੀ, ਜਿਸ ਤਰ੍ਹਾਂ ਸਟੋਨ ਹੈ, ਸਟੋਨ ਦੇ ਵਿੱਚੋਂ ਕਿ ਤੁਹਾਨੂੰ ਦਿਖਦਾ ਲਾਈਟ ਪਾਸ ਹੁੰਦੀ ਦਿਖਾਈ ਦਿੰਦੀ ਹੈ, ਨਹੀਂ ਦਿੰਦੀ। ਜਾਂ ਤੁਸੀਂ ਐਗਜ਼ਾਮਪਲ ਲੈ ਲਓ, ਦੀਵਾਰ ਦੇ ਵਿੱਚ ਅਗਰ ਦੂਸਰੇ ਪਾਸੇ, ਦੀਵਾਰ ਦੇ ਦੂਸਰੇ ਪਾਸੇ ਅਗਰ ਲਾਈਟ ਜਗਾਈਏ ਕਿ ਤੁਹਾਨੂੰ ਇੱਟਾਂ ਦੇ ਵਿੱਚੋਂ ਤੁਹਾਨੂੰ ਲਾਈਟ ਨਜ਼ਰ ਆਉਂਦੀ ਹੈ, ਨਹੀਂ ਨਜ਼ਰ ਆਉਂਦੀ, ਤਾਂ ਫਿਰ ਉਹ ਕਿਹੜੀ ਚੀਜ਼ ਆਬਜੈਕਟ ਹੈ, ਓਪੇਕ। ਹਵਾ ਦੇ ਵਿੱਚੋਂ ਤੁਹਾਨੂੰ ਸਾਰਾ ਕਲੀਅਰ ਨਜ਼ਰ ਆਉਂਦਾ ਹੈ, ਪਾਣੀ ਦੇ ਵਿੱਚੋਂ ਵੀ ਤੁਹਾਨੂੰ ਨਜ਼ਰ ਆਉਂਦਾ ਹੈ, ਔਰ ਗਲਾਸ ਦੇ ਵਿੱਚੋਂ ਵੀ ਜਿਹੜੇ ਤੁਹਾਨੂੰ ਸਹੀ ਨਜ਼ਰ ਆਉਂਦਾ ਤਾਂ ਆਪਾਂ ਉਹਨਾਂ ਨੂੰ ਕੀ ਕਵਾਂਗੇ, ਟ੍ਰਾਂਸਪੇਰੈਂਟ। ਅਗਰ ਤੁਸੀਂ ਕੋਈ ਪੇਪਰ ਲਓ ਔਰ ਉਹਦੇ ਤੇ ਥੋੜਾ ਜਿਹਾ ਆਇਲ ਲਗਾਓ ਤੇ ਉਹ
ਜਿਹੜਾ ਥਿੰਦਾ ਜਿਹੜਾ ਹੋ ਜਾਏਗਾ ਤੁਹਾਨੂੰ ਉਹਦੇ ਵਿੱਚੋਂ ਦੂਸਰੇ ਪਾਸੇ ਦਾ ਦਿਖਾਈ ਤਾਂ ਦੇਗਾ ਲੇਕਿਨ ਉਹ ਕਲੀਅਰ ਨਹੀਂ ਦਿਖਾਈ ਦੇਗਾ ਤਾਂ ਅਸੀਂ ਉਹਨੂੰ ਕੀ ਕਹਿੰਦੇ ਆ ਟ੍ਰਾਂਸਲੂਸੈਂਟ ਆਬਜੈਕਟਸ। The substance or material through which things can be seen are called transparent: glass, water, air and some plastic। ਬੱਚੇ ਜੇ ਦੇਖੋ ਟ੍ਰਾਂਸਪੇਰੈਂਟ ਤੁਸੀਂ ਸਟੇਸ਼ਨਰੀ ਤੁਸੀਂ ਗਰੋਸਰੀ ਸ਼ਾਪ ਤੇ ਜਾਂਦੇ ਹੋ ਤਾਂ ਉੱਥੇ ਚਾਕਲੇਟਸ ਜਿਹੜੀਆਂ ਨੇ ਕਿਤੇ ਚ ਰੱਖੀਆਂ ਹੁੰਦੀਆਂ ਨੇ ਟ੍ਰਾਂਸਪੇਰੈਂਟ ਦੇ ਵਿੱਚ ਤਾਂ ਕਿ ਜਿਹੜੇ ਵੇਚਣ ਵਾਲੇ ਨੂੰ ਵੀ ਆਸਾਨੀ ਰਵੇ ਔਰ ਜਿਹੜਾ ਕਸਟਮਰ ਆਂਦਾ ਹੈ ਉਹ ਇਹਨਾਂ ਚੀਜ਼ਾਂ ਵੱਲ ਅਟਰੈਕਟ ਹੋ ਸਕੇ। ਤਾਂ ਕੁਝ ਮਟੀਰੀਅਲਸ ਨੇ there are some materials for which you are not able to see, these materials are called opaque, for example wooden box, cardboard, carton or metal container। और ट्रांसपेरेंट किहड़े मटीरियल्स ने the materials through which object can be seen but not clearly are called transparent। ਜਿਵੇਂ ਮੈਂ ਹੁਣੇ ਐਗਜ਼ਾਮਪਲ ਦਿੱਤੀ ਸੀ oil patch on paper। ਸੋ ਅਸੀਂ ਮਟੀਰੀਅਲਸ ਨੂੰ ਬੱਚੋ ਕਿਹੜੇ ਗਰੁੱਪਸ ਦੇ ਵਿੱਚ ਵੰਡ ਸਕਦੇ ਹਾਂ ਟ੍ਰਾਂਸਪੇਰੈਂਸੀ ਦੇ ਆਧਾਰ ਤੇ opaque, transparent and transparent। ਸੋ ਅੱਜ ਅਸੀਂ ਪੜਿਆ ਕਿ ਅਸੀਂ ਮਟੀਰੀਅਲਸ ਨੂੰ ਕਿਸ ਤਰ੍ਹਾਂ ਸੌਰਟ ਆਊਟ ਕਰਨਾ ਹੈ ਉਹਨਾਂ ਦੀ ਅਪੀਅਰੈਂਸ ਦੇ ਆਧਾਰ ਤੇ ਉਹਨਾਂ ਦੀ ਹਾਰਡਨੈਸ ਦੇ ਆਧਾਰ ਤੇ ਔਰ ਉਹਨਾਂ ਦੀ ਸੋਲੂਬਿਲਿਟੀ ਦੇ ਆਧਾਰ ਤੇ ਔਰ ਉਹਨਾਂ ਦੀ ਟ੍ਰਾਂਸਪੇਰੈਂਸੀ ਦੇ ਆਧਾਰ ਤੇ ਅਸੀਂ ਉਹਨਾਂ ਨੂੰ ਅਲੱਗ-ਅਲੱਗ ਵੰਡ ਸਕਦੇ ਹਾਂ। ਨੈਕਸਟ ਬੱਚਿਓ ਸਮਰੀ ਆ ਗਈ ਕਿ ਆਬਜੈਕਟਸ ਜਿਹੜੀਆਂ ਨੇ ਉਹ ਬਹੁਤ ਸਾਰੇ ਮਟੀਰੀਅਲ ਦੀਆਂ ਮਿਲ ਕੇ ਬਣੀਆਂ ਹੁੰਦੀਆਂ ਨੇ। ਜਿਵੇਂ ਮੈਂ ਦੱਸਿਆ ਕਿ ਅਗਰ ਚੇਅਰ ਦੀ ਗੱਲ ਲਈਏ ਤਾਂ ਉਹ ਪਲਾਸਟਿਕ ਦੀ ਵੀ ਮਿਲ ਕੇ ਬਣੀ ਹੁੰਦੀ ਹੈ, ਆਇਰਨ ਦੀ ਵੀ ਬਣੀ ਹੋ ਸਕਦੀ ਹੈ ਔਰ ਵੁਡਨ ਦੀ ਵੀ ਹੋ ਸਕਦੀ ਹੈ। ਸੋ ਇੱਕ ਨੈਕਸਟ ਜਿਹੜਾ ਹੈ ਇੱਕ ਗਿਵਨ ਮਟੀਰੀਅਲ ਕੋਈ ਇੱਕ ਮਟੀਰੀਅਲ ਵਿੱਚੋਂ ਬਹੁਤ ਸਾਰੀਆਂ ਆਬਜੈਕਟਸ ਬਣਾਉਣ ਵਾਸਤੇ ਕੰਮ ਆ ਸਕਦਾ ਹੈ। ਨੈਕਸਟ ਹੈ डिफरेंट टाइप के मटीरियल्स दे डिफरेंट ही प्रॉपर्टीज ਹੁੰਦੀਆਂ ਨੇ। नेक्स्ट कुछ मटीरियल शाइन करते ने तो कुछ नहीं शाइन करते, तो कुछ दी सरफेस रफ हो सकती है ते कुछ दी स्मूथ हो सकती है। कुछ मटीरियल हार्ड ਹੁੰਦੇ ਨੇ और कुछ मटीरियल सॉफ्ट ਹੁੰਦੇ ਨੇ। कुछ मटीरियल ਜਿਹੜੇ ਨੇ ਪਾਣੀ ਵਿੱਚ ਘੁਲ ਜਾਂਦੇ ਨੇ और कुछ ਜਿਹੜੇ ਪਾਣੀ ਵਿੱਚ ਨਹੀਂ ਘੁਲਦੇ ਜਿਨ੍ਹਾਂ ਨੂੰ ਆਪਾਂ ਕੀ ਕਹਿੰਦੇ ਆ ਇਨਸੋਲੂਬਲ। और कुछ मटीरियल जिस तरह की ग्लास है एक ही बन गया, एक किहड़ा है ट्रांसपेरेंट है और वुड ते मैटल्स ओपेक ने और कुछ मटीरियल ਜਿਹੜੇ ਨੇ ट्रांसपेरेंट ਨੇ। मटीरियल्स ਜਿਹੜੇ ਨੇ ਅਸੀਂ ਉਹਨਾਂ ਨੂੰ ਕਿਸ ਤਰ੍ਹਾਂ ਵੰਡਦੇ ਆ ਸਿਮਿਲਰਿਟੀ ਦੇ ਆਧਾਰ ਤੇ ਔਰ ਡਿਫਰੈਂਸਿਸ ਦੇ ਆਧਾਰ ਤੇ। ਸੋ ਆਪਾਂ ਮਟੀਰੀਅਲਸ ਨੂੰ ਕਿਉਂ ਵੰਡਦੇ ਆ ਗਰੁੱਪਸ ਦੇ ਵਿੱਚ ਤਾਂ ਕਿ ਸਾਨੂੰ ਉਹਨਾਂ ਦੀਆਂ ਪ੍ਰੋਪਰਟੀਜ਼ ਜਿਹੜੀਆਂ ਪੜ੍ਹਨ ਲਈ ਆਸਾਨੀ ਹੋ ਸਕੇ। ਹਾਂਜੀ ਨੈਕਸਟ ਬੱਚੋ ਕੁਐਸਚਨ ਆ ਗਏ। ਫਰਸਟ ਕੁਐਸਚਨ ਹੈ name 5 objects which can be made from wood। ਬੱਚੋ wood ਤੋਂ ਕੀ ਬਣਦਾ ਹੈ ਬੈਡ, ਚੇਅਰ, ਟੇਬਲ, बोर्ड, अलमीरा। ठीक है जी। नेक्स्ट क्वेश्चन है सिलेक्ट दोज ऑब्जेक्ट फ्रॉम द फॉलोइंग विच शाइन। इन्हां विचों बच्चों तुसी सिलेक्ट करना है की शाइन करता है ग्लास बाउल, प्लास्टिक टॉय, स्टील स्पून, कॉटन शर्ट। हाँ जी बच्चों ग्लास का बाउल तो शाइन करता है और की शाइन करता है स्टील का स्पून भी शाइन करता है। नेक्स्ट बच्चों कुछ मटीरियल दिते ने ते कुछ ऑब्जेक्ट्स दसे ने दसना तुसी ਇਹ ਜਿਹੜੀ ਆਬਜੈਕਟਸ ਨੇ ਜਿਵੇਂ ਬੁੱਕ, ਟੰਬਲਰ, ਚੇਅਰ, ਟॉय, ਸ਼ੂਜ਼ ਇਹ ਕਿਹੜੇ ਮਟੀਰੀਅਲ ਦੇ ਮਿਲ ਕੇ ਬਣੇ ਨੇ। ਬੁੱਕਸ ਜਿਹੜੀਆਂ ਸਾਨੂੰ ਪਤਾ ਬੱਚਿਓ ਕਿਹਦੇ ਮਿਲ ਕੇ ਬਣਦੀਆਂ ਨੇ ਪੇਪਰ ਦੀਆਂ। ਟੰਬਲਰ ਜਿਹੜਾ ਬੱਚਿਓ ਗਲਾਸ ਜਿਹੜਾ ਉਹ ਕੱਚ ਗਲਾਸ ਦਾ ਵੀ ਹੋ ਸਕਦਾ ਹੈ और ਹੋਰ ਕਿਹਦਾ ਹੋ ਸਕਦਾ ਹੈ ਪਲਾਸਟਿਕ ਦਾ ਵੀ ਹੋ ਸਕਦਾ ਹੈ। चेयर की मिल के बनी हो सकती है
वुड दी भी मिलके बनी हो सकती है और चेयर की भी मिलके बनी हो सकती, प्लास्टिक दी भी मिलके बनी हो सकती है। टॉय टॉय बच्चों वुड दा भी हो सकता है और टॉय जिहड़ा है प्लास्टिक दा भी हो सकता है। शूज किदे मिलके बने हुंदे ने? लैदर दे। ठीक है जी। नेक्स्ट क्वेश्चन आ गया, आपां स्टेटमेंट दसनी है केड़ी ट्रू है और इन्हां चों केड़ा फॉल्स है। स्टोन इज ट्रांसपेरेंट व्हाइल ग्लास इज ओपेक। स्टोन ट्रांसपेरेंट है, पत्थर ट्रांसपेरेंट है नहीं, ते व्हाइल ग्लास इज ओपेक ते ग्लास चों लाइट नहीं जा सकती। बच्चों एक ही है अपना फॉल्स। नेक्स्ट आ गया, ए नोटबुक हैज लस्टर व्हाइल इरेजर डज नॉट। नोटबुक दी शाइन हुंदी है जबकि इरेजर दी नहीं। बच्चों ये भी गल फॉल्स है। नेक्स्ट, चौक डिसॉल्व करता है वाटर दे विच? नो, फॉल्स। नेक्स्ट, अ पीस ऑफ वुड फ्लोट ऑन वाटर? यस। जेड़ा वुड दा पीस है वो पानी उत्ते तैरता है। नेक्स्ट आ गया, शुगर डज नॉट डिसॉल्व इन वाटर। फॉल्स। मैं तुहानू दस्सिया सीगा कि जेड़ी शुगर है वो पानी विच पूरी तरह घुल जाती है। ऑयल मिक्सिस विद वाटर? फॉल्स। ऑयल पानी विच नहीं मिक्स हुंदा। सैंड सैटल डाउन इन वाटर? यस, वो पानी रेता जिहड़ी है पानी थल्ले बैठ जाती है। नेक्स्ट, विनेगर डिसॉल्व इन वाटर? यस, ट्रू। Given below the names of some other objects and material. Next बेटा क्वेश्चन है, given below are the names of some objects and material. कुछ ऑब्जेक्ट्स ਦੇ ਨਾਮ ਅਤੇ ਮਟੀਰੀਅਲਸ ਦਿੱਤੇ ਨੇ, ਅਸੀਂ ਉਹਨਾਂ ਨੂੰ ਗਰੁੱਪ करना है। फर्स्ट है वाटर, बास्केटबॉल, ऑरेंज, शुगर, ग्लोब, एप्पल एंड अर्दन पिक्चर। ग्रुप them as round shape and other shapes. हाँ जी बच्चों, वाटर की तो राउंड शेप नहीं होंगी तो ये किधर जा जाएगा? अदर शेप। बास्केटबॉल की राउंड शेप होंगी है इसलिए राउंड शेप। ऑरेंज की भी राउंड शेप है। शुगर की जिहड़ी है अदर शेप है। ऐसे तरीके ना ग्लोब की भी राउंड शेप है, एप्पल की भी राउंड शेप है और मिट्टी के घड़े की भी राउंड शेप है। सो इन्हां दे विचों वाटर ते शुगर जिहड़े है वो अदर शेप च आउणगे। नैक्सट असीं दसना है इन्हां विचों दसो ईटाबल्स कौन है ते ईटाबल्स किहड़े ने ते नॉन ईटाबल्स किहड़े ने। वाटर नूं असीं लै सकदे हां, बास्केटबॉल नूं असीं नहीं खा सकदे, ऑरेंज नूं आपां बच्चों खा सकदे हां, शुगर नूं भी खा सकदे हां, एप्पल नूं भी खा सकदे हां। सो ईटाबल्स इहदे च किहड़े आ गए? वाटर, ऑरेंज, शुगर एंड एप्पल। और नॉन ईटाबल्स किहड़े आ गए? बास्केटबॉल, globe and other picture. Next question is, list all the items known to you that float on water. Check and see if they will float on an oil or kerosene. बच्चों कुछ आइटम्स ਜਿਹੜੀਆਂ ਨੇ ਇਹ ਤੁਹਾਡਾ ਪ੍ਰੈਕਟੀਕਲੀ क्वेश्चन है, तुसी इनू खुद करके दे सकते हो कि कुछ चीज़ां लो ਜਿਹੜੀਆਂ पानी च तैरदियां होण कि ਉਹ ਤੁਹਾਡੇ ਕੋਲ ਜਿਹੜਾ ਵੀ ਰਿਫਾਈਨਡ ਆਇਲ ਹੈ ਜਾਂ ਕੈਰੋਸੀਨ ਆਇਲ ਹੈ ਉਹਦੇ ਉੱਤੇ ਫਲੋਟ ਕਰਦੀਆਂ ਕਿ ਨਹੀਂ। ਨੈਕਸਟ ਕੁਐਸਚਨ ਹੈ, ਫਾਈਂਡ ਦਾ ऑड वन आउट फॉर द फॉलोइंग। ਇਹਨਾਂ ਦੇ ਵਿੱਚੋਂ ਦੱਸਣਾ ਹੈ कि ये 5 चीज़ां ਦਿੱਤੀਆਂ ਇਹਨਾਂ ਵਿੱਚੋਂ ऑड वन आउट ਕਿਹੜਾ ਹੈ। चेयर, बेड, टेबल, बेबी, कबर्ड। देखो बच्चों, चेयर वुड की बनी हो सकती है, बैड भी टेबल वुड का बनी हो सकता है, टेबल भी, कबर्ड भी वुड की। पर इन्हां विचों ऑड वन आउट किहड़ा आ गया? बेबी। नेक्स्ट, रोज, जैस्मीन, बोट, मैरीगोल्ड, लोटस। बच्चों रोज, जैस्मीन, मैरीगोल्ड, लोटस एक ही एग्जांपल्स ने फ्लावर दियां। सो इन्हां विचों किहड़ा ऑड वन आउट आ गया? बोट। नैक्सट, अलमीनियम, आयरन, कॉपर, सिल्वर, सैंड। ये 4 चीज़ां ने जिहड़ियां ने मैटल्स ने ते इन्हां विचों ऑड वन आउट किहड़ा आ गया? सैंड। नैक्सट इज शुगर, सॉल्ट, सैंड, कॉपर सल्फेट। इन्हां दे विचों की ऑड वन आउट है? सैंड। हाँ जी बच्चों, ये सी तुहाडा लैसन 4 sorting materials into groups। होप तुहानू समझ लग गई होएगी। थैंक्स।